ਮਿਸ਼ਨਰੀ ਗ੍ਰਾਹਮ ਸਟੇਨ ਅਤੇ ਉਸ ਦੇ ਪੁੱਤਰਾਂ ਦੀ ਸ਼ਹਾਦਤ। ਆਸਟ੍ਰੇਲੀਆ ਤੋਂ ਆਏ ਮਿਸ਼ਨਰੀ ਗ੍ਰਾਹਮ ਸਟੇਨ ਅਤੇ ਉਸ ਦੇ ਪੁੱਤਰਾਂ ਨੂੰ 23 ਜਨਵਰੀ 1999 ਨੂੰ ਉੜੀਸਾ ਵਿੱਚ ਉਸ ਦੀ ਆਪਣੀ ਵੈਨ ਵਿੱਚ ਉਸ ਵਕਤ ਜਿੰਦਾ ਜਲਾ ਦਿੱਤਾ ਜਦੋਂ ਉਹ ਕੋੜੀਆਂ ਦੀ ਸੇਵਾ ਕਰਕੇ ਰਾਤ ਦੇ ਵਕਤ ਆਪਣੀ ਹੀ ਵੈਨ ਵਿੱਚ ਆਪਣੇ ਦੋਵਾਂ ਪੁੱਤਰਾਂ ਦੇ ਨਾਲ ਸੌਂ ਰਹੇ ਸਨ। ਕਿਉਂ ਜਿੰਦਾ ਜਲਾ ਦਿੱਤਾ ਗਿਆ, ਇਸ 'ਤੇ ਧਿਆਨ ਕਰਨ ਤੋਂ ਪਹਿਲਾਂ ਅਸੀਂ ਮਿਸ਼ਨਰੀ ਸ਼ਬਦ ਦੇ ਅਰਥ ਨੂੰ ਸਮਝਦੇ ਹਾਂ। ਇਹ ਸਮਝਣਾ ਸਾਡੇ ਲਈ ਅੱਜ ਅਤਿ ਜ਼ਰੂਰੀ ਗੱਲ ਹੈ। ਮਿਸ਼ਨਰੀ ਸ਼ਬਦ ਦਾ ਅਰਥ ਉਸ ਵਿਅਕਤੀ ਤੋਂ ਹੈ ਜੋ ਆਪਣੇ ਘਰ ਨੂੰ, ਆਪਣੇ ਕਬੀਲੇ ਨੂੰ, ਆਪਣੀ ਭਾਸ਼ਾ ਦੇ ਲੋਕਾਂ ਨੂੰ ਅਤੇ ਆਪਣੇ ਸੁੱਖਾਂ ਦੇ ਜੀਵਨ ਨੂੰ ਅਤੇ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਬਿਨਾਂ ਵੇਤਨ ਤੋਂ, ਬਿਨਾਂ ਤਨਖਾਹ ਤੋਂ ਦੂਜੇ ਦੇਸ਼ ਵਿੱਚ ਆ ਕੇ ਕਿਸੇ ਖਾਸ ਮਕਸਦ ਦੇ ਲਈ ਆਪਣੇ ਜੀਵਨ ਦੇ ਬਲਿਦਾਨ ਨੂੰ ਦੇਣ ਦੇ ਲਈ 24 ਘੰਟੇ ਤਿਆਰ ਰਹਿਣ ਵਾਲੇ ਵਿਅਕਤੀ ਨੂੰ ਮਿਸ਼ਨਰੀ ਆਖਿਆ ਜਾਂਦਾ ਹੈ। ਅਜਿਹਾ ਹੀ ਮਿਸ਼ਨਰੀ ਗ੍ਰਾਹਮ ਸਟੇਨ ਸੀ, ਜਿਸ ਨੇ ਆਸਟ੍ਰੇਲੀਆ, ਇੱਕ ਖੁਸ਼ਹਾਲ ਪ੍ਰਫੁੱਲਤ ਦੇਸ਼ ਦੇ ਵਿੱਚੋਂ ਆ ਕੇ ਉੜੀਸਾ ਦੇ ਆਦਿਵਾਸੀਆਂ ਦੇ ਵਿੱਚ ਆ ਕੇ ਸੇਵਾ ਸ਼ੁਰੂ ਕੀਤੀ। ਖਾਸ ਕਰਕੇ ਉਹ ਕੋੜੀਆਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੇ ਲਈ, ਉਹਨਾਂ 'ਤੇ ਮੱਲਮ ਪੱਟੀ ਕਰਨ ਦੇ ਲਈ, ਇਸ ਸੇਵਾ ਦੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਸੀ ਔਰ ਉਹ ਇਹ ਸੇਵਾ ਕਰਕੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਸੀ ਅਤੇ ਇਹ ਸੇਵਾ ਕਰਕੇ ਉਸ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ। ਮਿਸ਼ਨਰੀ ਲੋਕ ਅਜਿਹਾ ਕਿਉਂ ਕਰਦੇ ਹਨ ਔਰ ਇਹ ਮਿਸ਼ਨਰੀ ਲੋਕ ਕਿਉਂ ਆਪਣੇ ਬਲਿਦਾਨ ਨੂੰ ਆਪਣੀ ਭਾਸ਼ਾ ਤੋਂ ਅਤੇ ਆਪਣੇ ਦੇਸ਼ ਤੋਂ ਬਾਹਰ ਜਾ ਕੇ ਕਿਉਂ ਜੀਵਨ ਨੂੰ ਸਮਰਪਿਤ ਕਰਦੇ ਹਨ? ਇਹ ਉਹੀ ਲੋਕ ਕਰ ਸਕਦੇ ਹਨ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਦਰਸ਼ਨ ਨੂੰ, ਵਿਜ਼ਨ ਨੂੰ ਬਿਲਕੁਲ ਸਮਝ ਲਿਆ ਅਤੇ ਉਹਨੂੰ ਆਪਣੇ ਜੀਵਨ ਦਾ ਮੁੱਖ ਮਹਿਮਾਨ ਮੰਨ ਲਿਆ। ਉਹੀ ਲੋਕ ਅਜਿਹਾ ਕੰਮ ਕਰ ਸਕਦੇ ਹਨ। ਇਸੇ ਤਰ੍ਹਾਂ ਮੂਸਾ ਨੇ ਪਰਮੇਸ਼ਵਰ ਦੇ ਮਕਸਦ ਨੂੰ ਸਮਝ ਲਿਆ। ਇਬਰਾਨੀਆਂ 11:25 ਵਿੱਚ ਮੂਸਾ ਬਾਰੇ ਇਸ ਤਰ੍ਹਾਂ ਲਿਖਿਆ ਹੈ, ਕਿਉਂ ਜੋ ਮੂਸਾ ਨੇ ਪਾਪ ਦੇ ਭੋਗ ਵਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ਵਰ ਦੀ ਪਰਜਾ ਨਾਲ ਜਬਰੀ ਚੱਲਣ ਨੂੰ ਬਾਹਲਾ ਪਸੰਦ ਕੀਤਾ। ਮੂਸਾ ਦੀ ਤਰ੍ਹਾਂ ਮਿਸ਼ਨਰੀ ਜਦੋਂ ਦਰਸ਼ਨ ਨੂੰ ਸਮਝ ਲੈਂਦੇ ਹਨ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਦੀਵਾਨੇ ਬਣ ਜਾਂਦੇ ਹਨ। ਸਾਡੀ ਧਰਤੀ ਅਜਿਹੇ ਮਿਸ਼ਨਰੀਆਂ ਦੇ ਖੂਨ ਨਾਲ ਰੰਗੀ ਹੋਈ ਧਰਤੀ ਹੈ, ਤਾਂ ਹੀ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦੇਸ਼ ਵਿਦੇਸ਼ ਅਤੇ ਦੂਸਰੀਆਂ ਜਗ੍ਹਾਵਾਂ ਦੇ ਵਿੱਚ ਔਰ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਪਹੁੰਚ ਚੁੱਕੀ ਹੈ। ਕਿਸੇ ਲੇਖਕ ਨੇ ਲਿਖਿਆ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਮਿਸ਼ਨਰੀ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਬਦਲੇ ਜਾਨ ਕਿਉਂ ਦਿੰਦੇ ਹਨ? ਕਿਉਂਕਿ ਉਹ ਸਮਝ ਚੁੱਕੇ ਹਨ ਕਿ ਪ੍ਰਭੂ ਯਿਸੂ ਮਸੀਹ ਸਵਰਗੀ ਖੁਸ਼ੀ ਨੂੰ ਛੱਡ ਕੇ, ਹਜ਼ਾਰਾਂ ਲੱਖਾਂ ਦੂਤਾਂ ਦੀ ਸੇਵਾ ਨੂੰ ਛੱਡ ਕੇ, ਆਪਣੇ ਆਪ ਨੂੰ ਅਤ ਨੀਵਾਂ ਕਰਕੇ ਪ੍ਰਭੂ ਯਿਸੂ ਮਸੀਹ ਨੇ ਖੁਰਲੀ ਦੇ ਵਿੱਚ ਜਨਮ ਲਿਆ ਔਰ ਸੇਵਾ ਕਰਨ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਆਰਾਮ ਫਰਮਾਇਆ। ਤੀਸਰੇ ਦਿਹਾੜੇ ਯਿਸੂ ਮਸੀਹ ਫਿਰ ਜਿਉਂਦੇ ਸਵਰਗ ਵਿੱਚ ਉਠਾਏ ਗਏ। ਹੁਣ
ਇਹੀ ਪ੍ਰਭੂ ਯਿਸੂ ਮਸੀਹ ਲੱਖਾਂ ਦੂਤਾਂ ਦੇ ਨਾਲ ਫਿਰ ਧਰਤੀ 'ਤੇ ਆਉਣ ਵਾਲੇ ਹਨ ਔਰ ਵੱਡ ਭਾਗੇ ਉਹ ਮਿਸ਼ਨਰੀ ਹਨ ਜਿਹੜੇ ਯਿਸੂ ਮਸੀਹ ਦੇ ਨਾਲ ਲੱਖਾਂ ਸਵਰਗਦੂਤਾਂ ਦੇ ਨਾਲ ਧਰਤੀ 'ਤੇ ਫਿਰ ਪ੍ਰਗਟ ਹੋਣਗੇ। ਇਸੇ ਚੀਜ਼ ਨੂੰ ਸਮਝਦੇ ਹੋਏ ਗ੍ਰਾਹਮ ਸਟੇਨ ਨੇ ਇੰਡੀਆ ਦੇ ਵਿੱਚ ਉੜੀਸਾ ਦੇ ਆਦਿਵਾਸੀ ਲੋਕਾਂ ਦੇ ਵਿੱਚ ਸ਼ਹਾਦਤ ਦਿੱਤੀ ਔਰ ਉਹ ਇਸ ਯੋਗਤਾ ਨੂੰ ਪ੍ਰਾਪਤ ਕਰ ਗਏ। ਜਦੋਂ ਪ੍ਰਭੂ ਯਿਸੂ ਮਸੀਹ ਦੁਬਾਰਾ ਇਸ ਸੰਸਾਰ ਵਿੱਚ ਪ੍ਰਗਟ ਹੋਣਗੇ, ਉਹ ਤੇ ਉਹਨਾਂ ਦੇ ਦੋਵੇਂ ਪੁੱਤਰ ਇਸ ਧਰਤੀ 'ਤੇ ਉਹਨਾਂ ਦੇ ਨਾਲ ਵਾਪਸ ਖੁਸ਼ੀਆਂ ਦੇ ਨਾਲ ਆਉਣਗੇ। ਮਿਸ਼ਨਰੀ ਗ੍ਰਾਹਮ ਸਟੇਨ ਤੇ ਉਹਦੇ ਪੁੱਤਰਾਂ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਉਹ ਦੋਸ਼ੀ ਦਾਰਾ ਸਿੰਘ ਦੇ ਬਾਰੇ ਕੀ ਸੋਚਦੇ ਨੇ, ਉਹਨਾਂ ਨੂੰ ਕਿਵੇਂ ਦੀ ਸਜ਼ਾ ਦਿੱਤੀ ਜਾਵੇ, ਉਹ ਕੀ ਚਾਹੁੰਦੇ ਹਨ, ਤਾਂ ਉਹਨਾਂ ਦੀ ਪਤਨੀ ਗਲੇਡ ਸਟੇਨ ਨੇ ਇਸ ਤਰ੍ਹਾਂ ਉਹਨਾਂ ਨੂੰ ਆਖਿਆ ਕਿ ਉਹਨਾਂ ਦੇ ਦੋਸ਼ੀਆਂ ਨੂੰ ਮਾफ़ ਕੀਤਾ ਜਾਵੇ। ਇਹ ਗੱਲ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਪਵਿੱਤਰ ਵਚਨ ਦੇ ਵਿੱਚ ਸਲੀਬੀ ਮੌਤ ਵੇਲੇ ਆਖਿਆ ਸੀ। ਲੂਕਾ 23:34 ਵਿੱਚ ਲਿਖਿਆ ਹੈ, ਹੇ ਪਿਤਾ ਉਹਨਾਂ ਨੂੰ ਮਾफ़ ਕਰ ਕਿਉਂ ਜੋ ਉਹ ਨਹੀਂ ਜਾਣਦੇ ਭਾਈ ਕੀ ਕਰਦੇ ਹਨ। ਗਲੇਡਸਟੇਨ ਦੇ ਇਸ ਤਰ੍ਹਾਂ ਦੇ ਵਿਹਾਰ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਸੁਭਾਅ ਪ੍ਰਭੂ ਯਿਸੂ ਮਸੀਹ ਵਰਗਾ ਹੈ। ਫਿਲਪੀਆਂ 2:5 ਵਿੱਚ ਇਸ ਤਰ੍ਹਾਂ ਲਿਖਿਆ ਹੈ, ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਸੀ। ਗ੍ਰਾਹਮ ਸਟੇਨ ਤੇ ਉਸ ਦੇ ਪਰਿਵਾਰ ਤੋਂ ਅੱਜ ਦੇ ਮਸੀਹੀ ਸੇਵਕਾਂ ਨੂੰ ਤੇ ਕਲੀਸਿਆ ਦੇ ਲੋਕਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ? ਨੰਬਰ 1, ਅੱਜ ਦੇ ਮਸੀਹੀ ਪਰਿਵਾਰਾਂ ਨੂੰ ਇਹ ਨਿਰਣਾ ਕਰਨਾ ਚਾਹੀਦਾ ਹੈ ਕਿ ਸੇਵਾ ਦੇ ਲਈ ਉਹ 24 ਘੰਟੇ ਹਾਜ਼ਰ ਹੋਣ। ਨੰਬਰ 2, ਹਰ ਇੱਕ ਮਸੀਹੀ ਪਰਿਵਾਰ ਨੂੰ ਇਹ ਨਿਰਣਾ ਕਰਨ ਦੀ ਜ਼ਰੂਰਤ ਹੈ ਕਿ ਉਸ ਦਾ ਸੁਭਾਅ ਪ੍ਰਭੂ ਯਿਸੂ ਮਸੀਹ ਵਰਗਾ ਹੋਵੇ। ਨੰਬਰ 3, ਹਰ ਇੱਕ ਮਸੀਹੀ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਔਰ ਪਰਮੇਸ਼ਵਰ ਦੇ ਸੇਵਕ ਲੋਕਾਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਰਾਜ ਦੀ ਖੁਸ਼ਖਬਰੀ ਬਿਨਾਂ ਸਵਾਰਥ ਤੋਂ ਕੀਤੀ ਜਾਵੇ। ਨੰਬਰ 4, ਮਸੀਹੀ ਇਤਿਹਾਸ ਦੇ ਅਨੁਸਾਰ ਜੋ ਸਾਡੇ ਕੋਲ ਲਿਟਰੇਚਰ ਪ੍ਰਭੂ ਦਾ ਵਚਨ ਮਿਲਦਾ ਹੈ, ਉਹ ਹਜ਼ਾਰਾਂ ਮਿਸ਼ਨਰੀਆਂ ਦੀ ਕੁਰਬਾਨੀ ਸਦਕਾ ਹੈ ਔਰ ਇਹਨਾਂ ਕੁਰਬਾਨੀਆਂ ਨੂੰ ਆਪਣੇ ਜੀਵਨ ਦੇ ਵਿੱਚ ਯਾਦ ਰੱਖਦੇ ਹੋਏ ਉਹ ਉਸ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਇਹ 4 ਗੱਲਾਂ ਅਸੀਂ ਆਪਣੇ ਜੀਵਨ 'ਤੇ ਲਾਗੂ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਰਾਜ ਨੂੰ ਬਹੁਤ ਜਲਦੀ ਧਰਤੀ ਉੱਤੇ ਆਇਆ ਹੋਇਆ ਵੇਖਾਂਗੇ ਔਰ ਧਰਤੀ ਦੇ तमाम ਲੋਕ ਸ਼ਾਂਤੀ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਨਜ਼ਰ ਆਉਣਗੇ। ਆਮੀਨ।